ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ ਤੇ ਜੇਕਰ ਤੁਸੀਂ ਉਹਨੇ ਦਿਨ ਤੱਕ 3 ਤੋਂ 5 ਵਜੇ ਦੇ ਵਿਚਕਾਰ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਸਿਰਫ ਕੁਝ ਹੀ ਦਿਨ ਇਹ ਕੰਮ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ, ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਨਾਲ ਬਣੀ ਹੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਿ ਕਿਸੇ ਵੀ ਮਨੋਕਾਮਨਾ ਦੇ ਲਈ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਜੇਕਰ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਹਰ ਇੱਕ ਮਨੋਕਾਮਨਾ ਪੂਰੀ ਹੋ ਜਾਵੇਗੀ। ਇਹ ਗੱਲ ਸਿਰਫ ਕੁਝ ਹੀ ਲੋਕ ਜਾਣਦੇ ਹਨ। ਅੱਜ ਦੀ ਵੀਡੀਓ ਬੜੀ ਹੀ ਖਾਸ ਹੈ ਸਾਧ ਸੰਗਤ ਜੀ, ਸੋ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ। ਸਾਧ ਸੰਗਤ ਜੀ, ਗੌਤਮ ਬੁੱਧ ਹਮੇਸ਼ਾ ਹੀ ਸਵੇਰੇ ਜਲਦੀ ਉੱਠਣ ਵਾਲੇ ਨੂੰ ਕਹਿੰਦੇ ਸੀ ਕਿ ਸਵੇਰੇ ਜਲਦੀ ਉੱਠਣਾ ਬੜਾ ਹੀ ਚੰਗਾ ਹੁੰਦਾ ਹੈ। ਇਹ ਤੁਹਾਡੇ ਲਈ ਬੁੱਧ ਹੀ ਨਹੀਂ, ਬੁੱਧ ਵਰਗੇ ਕੁਝ ਹੋਰ ਮਹਾਨ ਪੁਰਸ਼ ਵੀ ਇਹ ਗੱਲ ਕਹਿੰਦੇ ਸਨ ਕਿ ਜੋ ਜਾਗਦਾ ਹੈ ਉਹੀ ਸਭ ਕੁਝ ਪਾਉਂਦਾ ਹੈ, ਜੋ ਸੌਂਦਾ ਹੈ ਉਹ ਗਵਾ ਲੈਂਦਾ ਹੈ। ਅਸੀਂ ਅਕਸਰ ਆਪਣੇ ਪਰਿਵਾਰ ਦੇ ਵੱਡਿਆਂ ਦੇ ਕੋਲੋਂ ਸੁਣਦੇ ਆ ਰਹੇ ਹਾਂ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ। ਉਹ ਸਾਨੂੰ ਸਵੇਰੇ ਉੱਠਣ ਦੇ ਹਜ਼ਾਰਾਂ ਹੀ ਫਾਇਦੇ ਸੁਣਾਉਂਦੇ ਹਨ, ਪਰ ਸਾਡੀ ਨਵੀਂ ਪੀੜ੍ਹੀ ਤਾਂ ਦੇਰ ਰਾਤ ਤੱਕ ਜਾਗਣ ਤੇ ਸਵੇਰੇ ਦੇਰ ਤੱਕ ਸੌਣ ਨੂੰ ਬੜਾ ਹੀ ਫੈਸ਼ਨੇਬਲ ਮੰਨਦੀ ਹੈ। ਅਸਲ ਵਿੱਚ ਸਾਡੇ ਮਹਾਨ ਗਿਆਨੀ ਪੁਰਸ਼ ਸਵੇਰੇ ਜਲਦੀ ਉੱਠਣ ਨੂੰ ਲੈ ਕੇ ਜੋ ਵੀ ਗੱਲਾਂ ਦੱਸਦੇ ਸਨ, ਉਹਨਾਂ ਪਿੱਛੇ ਬੜਾ ਹੀ ਵੱਡਾ ਵਿਗਿਆਨਿਕ ਵੀ ਕਾਰਨ ਲੁਕਿਆ ਹੋਇਆ ਹੈ। ਸਵੇਰ ਦੇ ਇਸ ਸਮੇਂ ਨੂੰ ਬਹੁਤ ਹੀ ਬ੍ਰਹਮ ਮੁਹੂਰਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਾਂ ਅੰਮ੍ਰਿਤ ਵੇਲਾ ਵੀ ਇਸ ਨੂੰ ਆਖਿਆ ਜਾਂਦਾ ਹੈ। ਤੇ ਇਸ ਸਮੇਂ ਸਾਡਾ ਦਿਮਾਗ ਕੁਦਰਤ ਤੇ ਵਾਤਾਵਰਣ ਨਾਲ ਸਭ ਕੁਝ ਸਕਾਰਾਤਮਕ ਰੂਪ ਦੇ ਨਾਲ ਜੁੜਿਆ ਹੁੰਦਾ ਹੈ। ਇਸ ਸਮੇਂ ਤੇ ਜੋ ਵੀ ਪ੍ਰਾਰਥਨਾ ਜਾਂ ਧਿਆਨ ਕੀਤਾ ਜਾਂਦਾ ਹੈ, ਉਸ ਨਾਲ ਸਾਨੂੰ ਜ਼ਿੰਦਗੀ ਵਿੱਚ ਬੜੀ ਹੀ ਸਫਲਤਾ ਮਿਲ ਜਾਂਦੀ ਹੈ। ਤੁਹਾਨੂੰ ਦੱਸਦੇ ਹਾਂ ਕਿ ਇੱਕ ਬੁੱਧ ਸੰਨਿਆਸੀ ਦੀ ਕਹਾਣੀ ਕਿ ਕਿਵੇਂ ਬ੍ਰਹਮ ਮੁਹੂਰਤ ਦਾ ਰਹੱਸ ਜਾਣ ਕੇ ਇੱਕ ਨੌਜਵਾਨ ਦਾ ਪੂਰਾ ਹੀ ਜੀਵਨ ਬਦਲ ਜਾਂਦਾ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ, ਤਾਂ ਜੋ ਤੁਹਾਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਸੁਣਨ ਨੂੰ ਮਿਲਦੀਆਂ ਹੀ ਰਹਿਣ। ਇਸ ਕਹਾਣੀ ਵਿੱਚ ਅੰਮ੍ਰਿਤ ਵੇਲੇ ਦੇ ਰਹੱਸ ਦੇ ਨਾਲ ਇੱਕ ਅਜਿਹੀ ਵਿਧੀ ਦੱਸੀ ਜਾਵੇਗੀ ਜਿਸ ਨੂੰ ਜੇਕਰ ਕੋਈ 2 ਦਿਨ ਤੱਕ ਵੀ ਬਣਾਉਂਦਾ ਹੈ ਤਾਂ ਉਹ ਆਪਣੇ ਸੁਪਨਿਆਂ ਨੂੰ ਹਰ ਇੱਕ ਨੂੰ ਸਾਕਾਰ ਕਰ ਸਕਦਾ ਹੈ। ਉਸ ਨੂੰ ਬ੍ਰਹਿਮੰਡ ਦੀਆਂ ਸ਼ਕਤੀਆਂ ਦੀ ਵਿਸ਼ੇਸ਼ ਮਦਦ ਮਿਲ ਜਾਵੇਗੀ। ਇਸ ਦੇ ਨਾਲ ਹੀ ਉਹ ਵਿਅਕਤੀ ਆਪਣੇ ਮਨ ਨੂੰ ਸਥਿਰ ਤੇ ਬੁੱਧੀਮਾਨ ਬਣਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਲੜਕਾ ਬਹੁਤ ਹੀ ਚੰਗਾ ਸੀ, ਪਰ ਉਸ ਦੀ ਇੱਕ ਮਾੜੀ ਆਦਤ ਸੀ। ਉਹ ਸਵੇਰੇ ਦੇਰ ਤੱਕ ਸੁੱਤਾ ਨਹੀਂ ਸੀ ਉੱਠਦਾ। ਉਸ ਦਾ ਪਰਿਵਾਰ ਉਸ ਨੂੰ ਉਠਾਉਣ ਲਈ ਲੱਖਾਂ ਕੋਸ਼ਿਸ਼ ਕਰਦਾ, ਪਰ ਸਭ ਨੇ ਹੁਣ ਹਾਰ ਮੰਨ ਲਈ ਸੀ। ਉਹ ਲੜਕਾ ਕਦੇ ਵੀ 9 ਜਾਂ 10 ਵਜੇ ਤੋਂ ਪਹਿਲਾਂ ਨਹੀਂ ਸੀ ਉੱਠਦਾ। ਜਦੋਂ ਛੋਟਾ ਸੀ ਤਾਂ ਪਰਿਵਾਰ ਨੇ ਸੋਚਿਆ ਕਿ ਜਦੋਂ ਵੱਡਾ ਹੋ ਜਾਵੇਗਾ ਤਾਂ ਇਸ ਦੀ ਆਦਤ ਵਿੱਚ ਸੁਧਾਰ ਹੋ ਜਾਵੇਗਾ, ਪਰ ਉਹ ਲੜਕਾ ਜਿਉਂ-ਜਿਉਂ ਵੱਡਾ ਹੁੰਦਾ ਗਿਆ, ਇਹ ਆਦਤ ਉਸ ਦੀ ਹੋਰ ਡੂੰਘੀ ਹੁੰਦੀ ਗਈ। ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਪਰ ਉਹ ਲੜਕਾ ਕਦੇ ਵੀ ਜਲਦੀ ਨਹੀਂ ਸੀ ਉੱਠ ਸਕਦਾ। ਉਸ ਦੇ ਪਿਤਾ ਉਸ ਦੀ ਇਸ ਆਦਤ ਤੋਂ ਬੜੇ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਉਸ ਲੜਕੇ ਨੂੰ ਕਈ ਨਕਾਰਾਤਮਕ ਸ਼ਕਤੀਆਂ ਨੇ ਘੇਰ ਲਿਆ ਸੀ। ਉਹ ਸਭ ਨੂੰ ਪਲਟ ਕੇ ਜਵਾਬ ਦਿੰਦਾ ਸੀ, ਦਿਨ ਭਰ ਉਦਾਸ ਰਹਿੰਦਾ ਸੀ। ਇਸ ਦਾ ਅਸਰ ਹੁਣ ਉਸ ਦੀ ਸਿਹਤ ਤੇ ਪੈਣਾ ਸ਼ੁਰੂ ਹੋ ਗਿਆ। ਜਦੋਂ ਉਸ ਲੜਕੇ ਨੂੰ ਇਹ ਪਤਾ ਲੱਗਾ ਕਿ ਉਸ ਦੇ ਸਾਰੇ ਮਿੱਤਰ ਸਫਲਤਾ ਪ੍ਰਾਪਤ ਕਰ ਰਹੇ ਹਨ, ਹੋਰ ਵੀ ਉਹ ਜ਼ਿਆਦਾ ਦੁਖੀ ਹੋ ਗਿਆ ਤੇ ਰੱਬ ਨੂੰ ਕੋਸਣ ਲੱਗ ਪਿਆ। ਉਹ ਵਾਰ-ਵਾਰ ਕਹਿੰਦਾ ਕਿ ਮੇਰੀ ਕਿਸਮਤ ਖਰਾਬ ਹੈ, ਪਰ ਉਸ ਦੇ ਪਿਤਾ ਚੰਗੀ ਤਰ੍ਹਾਂ ਜਾਣਦੇ ਸੀ ਕਿ ਲੜਕੇ ਦੇ ਅਸਫਲ ਹੋਣ ਦੇ ਪਿੱਛੇ ਕੀ ਕਾਰਨ ਹੈ। ਇੱਕ ਦਿਨ ਉਸ ਦੇ ਪਿਤਾ ਨੂੰ ਇੱਕ ਸੰਨਿਆਸੀ ਮਹਾਤਮਾ ਬਾਰੇ ਪਤਾ ਲੱਗਿਆ। ਬੇਟੇ ਦੀ ਸਮੱਸਿਆ ਨੂੰ ਲੈ ਕੇ ਉਹ ਤੁਰੰਤ ਹੀ ਮਹਾਤਮਾ ਦੇ ਕੋਲ ਜਾ ਪਹੁੰਚੇ। ਪਿਤਾ ਨੇ ਸੰਨਿਆਸੀ ਨੂੰ ਬਹੁਤ ਹੀ ਵਿਸਥਾਰ ਨਾਲ ਆਪਣੇ ਬੇਟੇ ਦੀਆਂ ਆਦਤਾਂ ਬਾਰੇ ਦੱਸਿਆ। ਮਹਾਤਮਾ ਨੇ ਕਿਹਾ ਕਿ ਕੱਲ ਤੁਸੀਂ ਆਪਣੇ ਬੇਟੇ ਨੂੰ ਇੱਥੇ ਆਸ਼ਰਮ ਵਿੱਚ ਲੈ ਕੇ ਆਉਣ ਲਈ ਕਹੋ। ਉਹ ਸੁਣ ਕੇ ਪਿਤਾ ਘਰ ਵੱਲ ਨੂੰ ਤੁਰ ਪਿਆ। ਉਸ ਨੂੰ ਪਤਾ ਸੀ ਕਿ ਜੇ ਉਹ ਸਿੱਧੇ ਤਰੀਕੇ ਨਾਲ ਬੇਟੇ ਨੂੰ ਮਹਾਤਮਾ ਨਾਲ ਮਿਲਣ ਲਈ ਕਹੇਗਾ, ਉਹ ਕਦੇ ਵੀ ਤਿਆਰ ਨਹੀਂ ਹੋਵੇਗਾ। ਉਸਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ਪੁੱਤਰ, ਤੇਰੇ ਸਾਰੇ ਦੋਸਤ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ, ਕੀ ਤੂੰ ਸਫਲ ਨਹੀਂ ਹੋਣਾ ਚਾਹੁੰਦਾ?
ਲੜਕੇ ਨੇ ਉੱਤਰ ਦਿੱਤਾ ਕਿ ਪਿਤਾ ਜੀ ਜ਼ਰੂਰ ਪਿਤਾ ਜੀ, ਪਰ ਜਦੋਂ ਮੈਂ ਆਪਣੇ ਦੋਸਤਾਂ ਤੋਂ ਉਹਨਾਂ ਦੀ ਸਫਲਤਾ ਦਾ ਰਹੱਸ ਪੁੱਛਦਾ ਹਾਂ ਤਾਂ ਉਹ ਮੈਨੂੰ ਕੁਝ ਨਹੀਂ ਦੱਸਦੇ। ਪਿਤਾ ਨੇ ਕਿਹਾ, ਮੈਨੂੰ ਇਹ ਰਹੱਸ ਪਤਾ ਲੱਗ ਗਿਆ ਹੈ। ਲੜਕੇ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਕੀ? ਪਿਤਾ ਨੇ ਕਿਹਾ ਕਿ ਕੱਲ੍ਹ ਸਵੇਰ ਨੂੰ ਆਪਾਂ ਇੱਕ ਬੁੱਧ ਸੰਨਿਆਸੀ ਦੇ ਆਸ਼ਰਮ ਵਿੱਚ ਜਾ ਕੇ ਉਸਨੂੰ ਮਿਲਣਾ ਹੈ। ਜੇਕਰ ਤੂੰ ਉੱਥੇ ਸਮੇਂ 'ਤੇ ਪਹੁੰਚ ਗਿਆ ਤਾਂ ਉਹ ਸੰਨਿਆਸੀ ਤੈਨੂੰ ਇੱਕ ਅਜਿਹਾ ਮੰਤਰ ਦੱਸਣਗੇ ਜਿਸ ਨਾਲ ਤੂੰ ਸਫਲ ਹੋ ਜਾਵੇਂਗਾ। ਪਰ ਇੱਥੇ ਇੱਕ ਸਮੱਸਿਆ ਹੈ। ਲੜਕੇ ਨੇ ਪੁੱਛਿਆ, ਕੀ ਸਮੱਸਿਆ ਹੈ ਪਿਤਾ ਜੀ? ਪਿਤਾ ਨੇ ਕਿਹਾ ਕਿ ਜਦੋਂ ਤੱਕ ਤੂੰ ਸੌਂ ਕੇ ਉੱਠੇਂਗਾ ਉਦੋਂ ਤੱਕ ਮਹਾਤਮਾ ਦਾ ਮਿਲਣ ਦਾ ਸਮਾਂ ਖਤਮ ਹੋ ਜਾਵੇਗਾ। ਲੜਕੇ ਨੇ ਕਿਹਾ, ਪਿਤਾ ਜੀ ਮੈਂ ਕੱਲ ਪੂਰੀ ਰਾਤ ਜਾਗਦਾ ਰਹਾਂਗਾ, ਸਵੇਰੇ ਮਹਾਤਮਾ ਨੂੰ ਜ਼ਰੂਰ ਮਿਲ ਕੇ ਆਵਾਂਗਾ। ਪਿਤਾ ਨੇ ਕਿਹਾ, ਠੀਕ ਹੈ, ਜਿਵੇਂ ਤੇਰੀ ਮਰਜ਼ੀ। ਤੇ ਹਮੇਸ਼ਾ ਉਸਨੇ ਸੌਣਾ ਸ਼ੁਰੂ ਕਰ ਦਿੱਤਾ। ਉਸ ਮਹਾਤਮਾ ਦੀ ਆਗਿਆ ਵਿੱਚ ਰਹਿਣਾ ਹੈ, ਉਸਦੇ ਪਿਤਾ ਨੇ ਕਿਹਾ। ਪਿਤਾ ਦੀਆਂ ਗੱਲਾਂ ਸੁਣ ਕੇ ਉਹ ਲੜਕਾ ਬੜੀ ਜ਼ਿਆਦਾ ਉਤਸੁਕਤਾ ਵਿੱਚ ਹੋ ਗਿਆ। ਜੀਵਨ ਵਿੱਚ ਪਹਿਲੀ ਵਾਰ ਉਹ ਸਾਰੀ ਰਾਤ ਜਾਗਦਾ ਰਿਹਾ, ਪਰ ਅਫਸੋਸ ਥੋੜੇ ਸਮੇਂ ਵਿੱਚ ਉਸਨੂੰ ਨੀਂਦ ਆ ਜਾਂਦੀ ਹੈ। ਉਹ ਸੌਂ ਜਾਂਦਾ ਹੈ। ਅਗਲੀ ਸਵੇਰ ਜਦੋਂ ਉਹ ਉੱਠਿਆ, ਉਸਨੂੰ ਪਤਾ ਲੱਗਾ ਕਿ ਮਹਾਤਮਾ ਦੇ ਮਿਲਣ ਦਾ ਸਮਾਂ ਤਾਂ ਖਤਮ ਹੋ ਚੁੱਕਾ ਹੈ। ਉਸਦੇ ਪਿਤਾ ਨੇ ਲੜਕੇ ਵੱਲ ਵੇਖਿਆ ਤੇ ਕਿਹਾ, ਤੂੰ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵੇਂਗਾ, ਜਾ ਕੇ ਸੌਂ ਜਾ। ਪਿਤਾ ਦੀ ਇਹ ਗੱਲ ਸੁਣ ਕੇ ਲੜਕਾ ਸ਼ਰਮਸਾਰ ਹੋ ਗਿਆ। ਉਸਨੂੰ ਬੜਾ ਦੁੱਖ ਲੱਗਿਆ। ਉਸਨੇ ਮਨ ਹੀ ਮਨ ਵਿੱਚ ਚੁਣੌਤੀ ਕਰ ਲਈ ਕਿ ਕੱਲ੍ਹ ਨੂੰ ਉਹ ਮਹਾਤਮਾ ਨੂੰ ਮਿਲਣ ਜ਼ਰੂਰ ਜਾਵੇਗਾ। ਉਸਨੇ ਆਪਣੇ ਹੱਥ ਵਿੱਚ ਇੱਕ ਛੁਰੇ ਨਾਲ ਜ਼ਖਮ ਕਰ ਲਿਆ। ਦਰਦ ਦੇ ਕਾਰਨ ਉਸਨੂੰ ਨੀਂਦ ਨਹੀਂ ਆਈ। ਪਹਿਲਾਂ ਅਜਿਹਾ ਮੌਕਾ ਸੀ ਜਦੋਂ ਉਸਨੇ ਆਪਣੇ ਜੀਵਨ ਵਿੱਚ ਸੂਰਜ ਚੜ੍ਹਦਾ ਵੇਖਿਆ। ਉਹ ਤੁਰੰਤ ਹੀ ਤਿਆਰ ਹੋ ਕੇ ਬੁੱਧ ਸੰਨਿਆਸੀ ਨੂੰ ਮਿਲਣ ਦੇ ਲਈ ਤੁਰ ਪਿਆ। ਅੱਜ ਉਸ ਦਾ ਅਨੁਭਵ ਕੁਝ ਹੋਰ ਹੀ ਰਿਹਾ ਸੀ। ਉਹ ਬਹੁਤ ਹੀ ਸ਼ਾਂਤ ਮਹਿਸੂਸ ਕਰ ਰਿਹਾ ਸੀ। ਚੱਲਦਾ ਚੱਲਦਾ ਉਹ ਬੁੱਧ ਸੰਨਿਆਸੀ ਦੇ ਆਸ਼ਰਮ ਵਿੱਚ ਪਹੁੰਚ ਗਿਆ। ਉੱਥੇ ਉਸਨੇ ਵੇਖਿਆ ਕਿ ਸੰਨਿਆਸੀ ਤੇ ਉਹਦੇ ਸਾਰੇ ਚੇਲੇ ਧਿਆਨ ਲਗਾ ਕੇ ਬੈਠੇ ਹੋਏ ਹਨ। ਧਿਆਨ ਦਾ ਸਮਾਂ ਸਮਾਪਤ ਹੋਇਆ ਤਾਂ ਲੜਕਾ ਮਹਾਤਮਾ ਦੇ ਕੋਲ ਪਹੁੰਚਿਆ। ਉਹਨਾਂ ਨੂੰ ਪ੍ਰਣਾਮ ਕਰਕੇ ਬੋਲਿਆ, ਮਹਾਤਮਾ ਜੀ, ਤੁਹਾਡੇ ਕੋਲ ਕੋਈ ਅਜਿਹਾ ਮੰਤਰ ਹੈ ਜਿਸ ਨਾਲ ਮੈਂ ਸਫਲ ਹੋ ਜਾਵਾਂਗਾ, ਜਿਸ ਨਾਲ ਮੈਂ ਸਫਲ ਹੋ ਸਕਦਾ ਹਾਂ? ਕਿਰਪਾ ਕਰਕੇ ਮੈਨੂੰ ਉਹ ਮੰਤਰ ਦੱਸੋ। ਮੈਂ ਵੀ ਆਪਣੇ ਦੋਸਤਾਂ ਦੀ ਤਰ੍ਹਾਂ ਸਫਲ ਹੋਣਾ ਚਾਹੁੰਦਾ ਹਾਂ ਤੇ ਚੰਗਾ ਜੀਵਨ ਜਿਉਣਾ ਚਾਹੁੰਦਾ ਹਾਂ। ਮਹਾਤਮਾ ਮੁਸਕਰਾਏ ਤੇ ਬੋਲੇ, ਅੱਛਾ, ਤੂੰ ਉਹੀ ਬਾਲਕ ਹੈ। ਤੇਰੇ ਪਿਤਾ ਮੇਰੇ ਕੋਲ ਮਿਲਣ ਲਈ ਆਏ ਸੀ ਤੇ ਉਹਨਾਂ ਨੇ ਮੈਨੂੰ ਸਭ ਕੁਝ ਤੇਰੇ ਬਾਰੇ ਦੱਸ ਦਿੱਤਾ ਹੈ। ਮੈਂ ਤੈਨੂੰ ਉਹ ਮੰਤਰ ਜ਼ਰੂਰ ਦੱਸ ਦਿੰਦਾ ਹਾਂ, ਪਰ ਉਸਦੇ ਲਈ ਤੈਨੂੰ ਇਹ 10 ਕੁ ਦਿਨ ਮੇਰੇ ਕੋਲ ਮੇਰੀ ਆਗਿਆ ਦੇ ਵਿੱਚ ਰਹਿਣਾ ਪਵੇਗਾ। ਮੈਂ ਤੈਨੂੰ ਉਹ ਮੰਤਰ 2 ਦਿਨਾਂ ਬਾਅਦ ਦੱਸਾਂਗਾ। ਉਦੋਂ ਤੱਕ ਮੈਂ ਤੈਨੂੰ ਜੋ ਵੀ ਕੰਮ ਕਹਾਂਗਾ ਉਸਨੂੰ ਲਾਜ਼ਮੀ ਪੂਰਾ ਵੀ ਕਰਨਾ ਪਵੇਗਾ। ਜੇਕਰ ਤੂੰ ਅਸਫਲ ਹੋਇਆ ਤਾਂ ਕੰਮ ਦੇ ਵਿਚਕਾਰ ਤੇਰਾ ਜੇਕਰ ਸੰਕਲਪ ਟੁੱਟ ਗਿਆ ਤਾਂ ਉਸ ਮੰਤਰ ਦਾ ਅਸਰ ਨਹੀਂ ਹੋਵੇਗਾ। ਸੋ ਦ੍ਰਿੜ ਇਰਾਦੇ ਦੇ ਨਾਲ ਉਸ ਲੜਕੇ ਨੇ ਕਿਹਾ ਕਿ ਮੈਨੂੰ ਤੁਹਾਡੀ ਆਗਿਆ ਸਵੀਕਾਰ ਹੈ। ਮੈਂ ਅਗਲੇ 10 ਕੁ ਦਿਨਾਂ ਤੱਕ ਤੁਹਾਡਾ ਦਾਸ ਬਣ ਕੇ ਰਹਾਂਗਾ। ਤੁਸੀਂ ਜੋ ਵੀ ਕਹੋਗੇ ਮੈਂ ਉਹੀ ਕਰਾਂਗਾ। ਮੈਂ ਕੇਵਲ ਤੇ ਕੇਵਲ ਉਸ ਮੰਤਰ ਬਾਰੇ ਜਾਣਨਾ ਚਾਹੁੰਦਾ ਹਾਂ। ਮਹਾਤਮਾ ਨੇ ਕਿਹਾ, ਠੀਕ ਹੈ, ਕੱਲ ਤੋਂ ਤੇਰਾ ਸਮਾਂ ਸ਼ੁਰੂ ਹੋ ਜਾਵੇਗਾ। ਤੂੰ ਇਸੇ ਹੀ ਆਸ਼ਰਮ ਦੇ ਵਿੱਚ ਰਹਿਣਾ ਹੈ। ਉਹ ਲੜਕਾ ਆਸ਼ਰਮ ਦੇ ਵਿੱਚ ਰਹਿਣ ਲਈ ਤਿਆਰ ਹੋ ਗਿਆ। ਮਹਾਤਮਾ ਨੇ ਕਿਹਾ ਕਿ ਇੱਥੇ ਰਹਿੰਦੇ ਹੋਏ ਤੈਨੂੰ ਬ੍ਰਹਮ ਮੁਹੂਰਤ ਵਿੱਚ ਉੱਠਣਾ ਪਵੇਗਾ, ਭਾਵ ਕਿ ਅੰਮ੍ਰਿਤ ਵੇਲੇ ਉੱਠਣਾ ਹੋਵੇਗਾ ਤੇ ਦੂਜੇ ਚੇਲਿਆਂ ਦੀ ਤਰ੍ਹਾਂ ਧਿਆਨ ਤੇ ਤਪ ਕਰਨਾ ਪਵੇਗਾ। ਨਾਲ ਹੀ ਆਸ਼ਰਮ ਦੇ ਕੰਮਾਂ ਵਿੱਚ ਸਹਾਇਤਾ ਵੀ ਕਰਨੀ ਪਵੇਗੀ। ਇਸ ਗੱਲ ਦਾ ਧਿਆਨ ਰਹੇ ਕਿ ਇਹ ਸੰਕਲਪ ਟੁੱਟਣਾ ਨਹੀਂ ਚਾਹੀਦਾ। ਮਹਾਤਮਾ ਦੀ ਗੱਲਾਂ ਸੁਣ ਕੇ ਉਹ ਲੜਕਾ ਸਹਿਮਤ ਹੋ ਗਿਆ। ਅਗਲੇ ਦਿਨ ਉਹ ਉਸਦੇ ਕੰਮ ਦੀ ਸ਼ੁਰੂਆਤ ਹੋ ਗਈ। ਉਹ ਆਪਣੇ ਮਨ ਦੇ ਨਾਲ ਲੜ ਕੇ ਸ਼ੁਰੂਆਤ ਤਾਂ ਦ੍ਰਿੜ ਇਰਾਦੇ ਨਾਲ ਕਰ ਲਈ ਸੀ, ਪਰ 1 ਹਫ਼ਤਾ ਬੀਤਣ ਤੋਂ ਬਾਅਦ ਹੀ ਉਸ ਦਾ ਸੰਕਲਪ ਟੁੱਟ ਗਿਆ। ਉਹ 8ਵੇਂ ਦਿਨ ਦੇਰ ਤੱਕ ਸੌਂਦਾ ਰਿਹਾ। ਉਹ ਰੋਂਦਾ ਹੋਇਆ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ, ਮੇਰਾ ਸੰਕਲਪ ਟੁੱਟ ਚੁੱਕਾ ਹੈ, ਹੁਣ ਮੈਂ ਜੀਵਨ ਵਿੱਚ ਸਫਲ ਨਹੀਂ ਹੋ ਪਾਵਾਂਗਾ। ਮਹਾਤਮਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ, ਇੱਕ ਵਾਰ ਫਿਰ ਤੋਂ ਸ਼ੁਰੂਆਤ ਕਰ, ਫਿਰ ਤੋਂ ਸੰਕਲਪ ਕਰ। ਇੱਥੇ ਲੜਕੇ ਨੇ ਮਹਾਤਮਾ ਨੂੰ ਇੱਕ ਪ੍ਰਸ਼ਨ ਕੀਤਾ ਕਿ ਸਵੇਰੇ ਉੱਠਣਾ ਇੰਨਾ ਜ਼ਰੂਰੀ ਕਿਉਂ ਹੈ ਤੇ ਇੱਥੇ ਸਾਰੇ ਲੋਕੀ ਇੰਨੀ ਜਲਦੀ ਕਿਉਂ ਉੱਠ ਜਾਂਦੇ ਹਨ? ਤਾਂ ਮਹਾਤਮਾ ਲੜਕੇ ਨੂੰ ਸਮਝਾਉਂਦੇ ਹੋਏ ਬੋਲੇ, ਸਵੇਰ ਵੇਲੇ ਯਾਨੀ ਕਿ ਬ੍ਰਹਮ ਮੁਹੂਰਤ ਵਿੱਚ ਉੱਠਣ ਦੇ ਪਿੱਛੇ ਬੜਾ ਹੀ ਵੱਡਾ ਵਿਗਿਆਨਿਕ ਕਾਰਨ ਲੁਕਿਆ ਹੋਇਆ ਹੈ। ਲੜਕੇ ਨੇ ਕਿਹਾ, ਕਿਰਪਾ ਕਰਕੇ ਮੈਨੂੰ ਵੀ ਦੱਸੋ।
ਮਹਾਤਮਾ ਨੇ ਕਿਹਾ, ਰਾਤ ਨੂੰ 4 ਪਹਿਰ ਵਿੱਚ ਵੰਡਿਆ ਗਿਆ ਹੈ। ਪਹਿਲਾ ਰੁਦਰ ਕਾਲ, ਜਿਸ ਦਾ ਸਮਾਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ। ਦੂਜਾ ਹੁੰਦਾ ਹੈ ਰਾਖਸ਼ਸ ਕਾਲ, ਜਿਸ ਦਾ ਸਮਾਂ 9 ਤੋਂ 12 ਵਜੇ ਤੱਕ ਹੁੰਦਾ ਹੈ। ਤੀਜਾ ਹੈ ਗੰਧਰਵ ਕਾਲ, ਜਿਸ ਦਾ ਸਮਾਂ 12 ਤੋਂ ਲੈ ਕੇ 3 ਵਜੇ ਤੱਕ ਹੁੰਦਾ ਹੈ। ਸਭ ਤੋਂ ਆਖਰ ਵਿੱਚ ਜੋ ਪਹਿਰ ਹੁੰਦਾ ਹੈ ਉਸ ਨੂੰ ਮਨੋਹਰ ਕਾਲ ਆਖਦੇ ਹਨ। ਇਸ ਸਮੇਂ ਨੂੰ ਬ੍ਰਹਮ ਮੁਹੂਰਤ ਜਾਂ ਅੰਮ੍ਰਿਤ ਵੇਲੇ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਮਾਂ 3 ਤੋਂ 6 ਵਜੇ ਤੱਕ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪੂਰੇ ਸੰਸਾਰ ਵਿੱਚ ਨਕਾਰਾਤਮਕ ਸ਼ਕਤੀਆਂ ਬਹੁਤ ਹੀ ਅਡਾਲ ਅਵਸਥਾ ਵਿੱਚ ਹੁੰਦੀਆਂ ਹਨ ਤੇ ਸਕਾਰਾਤਮਕ ਸ਼ਕਤੀਆਂ ਤਾਕਤਵਰ ਹੁੰਦੀਆਂ ਹਨ। ਬ੍ਰਹਮ ਤੋਂ ਭਾਵ ਦੇਵ ਮੁਹੂਰਤ ਤੋਂ ਭਾਵ ਸਮਾਂ ਬ੍ਰਹਮ ਮੁਹੂਰਤ ਦਾ ਅਰਥ ਦੇਵਾਂ ਦਾ ਸਮਾਂ ਹੁੰਦਾ ਹੈ। ਇਸ ਸਮੇਂ ਦੇਵ ਧਰਤੀ ਵਿੱਚ ਵਿਚਰਨ ਕਰ ਰਹੇ ਹੁੰਦੇ ਹਨ ਤੇ ਜਾਗਰਕ ਮਨੁੱਖ ਉੱਪਰ ਉਹਨਾਂ ਦਾ ਬੜਾ ਹੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਮੁਹੂਰਤ ਵਿੱਚ ਜਿਹੜਾ ਵੀ ਕੋਈ ਇਨਸਾਨ ਉੱਠ ਜਾਂਦਾ ਹੈ ਉਸ ਦੇ ਤਾਂ ਫਿਰ ਵਾਰੇ ਨਿਆਰੇ ਹੋ ਜਾਂਦੇ ਹਨ। ਸੋ ਅਜਿਹਾ ਇਹ ਸਮਾਂ ਹੁੰਦਾ ਹੈ ਜਿਸ ਵਿੱਚ ਅਸੀਂ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਕਾਰਨ ਹੀ ਆਸ਼ਰਮ ਦੇ ਸਾਰੇ ਹੀ ਚੇਲੇ ਇਸ ਸਮੇਂ ਦੇ ਵਿੱਚ ਉੱਠਦੇ ਹਨ। ਪ੍ਰਾਚੀਨ ਕਾਲ ਵਿੱਚ ਰੋਸ਼ਨੀ ਦਾ ਕੋਈ ਸਰੋਤ ਨਾ ਹੋਣ ਕਾਰਨ ਆਪਣੇ ਦਿਨ ਦੀ ਸਮਾਪਤੀ ਸੂਰਜ ਡੁੱਬਣ ਨਾਲ ਤੇ ਆਰੰਭ ਚੜ੍ਹਦੇ ਸੂਰਜ ਨਾਲ ਕਰਦੇ ਸੀ। ਇਹ ਇੱਕ ਤਰੀਕਾ ਸੀ ਜਿਸ ਨਾਲ ਮਨੁੱਖ ਨੂੰ ਪ੍ਰਕਿਰਤੀ ਦਾ ਤਾਲਮੇਲ ਬਣਿਆ ਹੀ ਰਹਿੰਦਾ ਸੀ। ਉਸ ਲੜਕੇ ਨੇ ਕਿਹਾ, ਠੀਕ ਹੈ ਗੁਰੂ ਜੀ, ਮੈਂ ਕੱਲ ਤੋਂ ਆਪਣਾ ਸੰਕਲਪ ਫਿਰ ਸ਼ੁਰੂ ਕਰ ਲੈਣਾ ਹਾਂ। ਸਭ ਤੋਂ ਪਹਿਲਾਂ ਉੱਠ ਕੇ ਜ਼ਮੀਨ ਉੱਤੇ ਪੈਰ ਰੱਖਣ ਤੋਂ ਪਹਿਲਾਂ ਮਹਾਤਮਾ ਨੇ ਕਿਹਾ ਕਿ ਉਸ ਪਰਮਾਤਮਾ ਨੂੰ ਯਾਦ ਕਰੋ, ਆਪਣੀਆਂ ਹਥੇਲੀਆਂ ਵੱਲ ਵੇਖੋ ਤੇ ਈਸ਼ਵਰ ਦਾ ਧੰਨਵਾਦ ਕਰੋ। ਉਹਨਾਂ ਨੇ ਤੁਹਾਨੂੰ ਅੱਜ ਸੂਰਜ ਵੇਖਣ ਦਾ ਮੌਕਾ ਦਿੱਤਾ ਹੈ। ਇਸ ਤੋਂ ਬਾਅਦ ਨਿਤ ਕਰਮ ਇਸ਼ਨਾਨ ਕਰਨ ਦੀ ਪ੍ਰਕਿਰਿਆ ਕਰੋ। ਇਸ਼ਨਾਨ ਕਰਨ ਨਾਲ ਸਰੀਰ ਹੀ ਨਹੀਂ ਮਨ ਵੀ ਸ਼ੁੱਧਤਾ ਵੱਲ ਹੋ ਜਾਂਦਾ ਹੈ। ਇਸ਼ਨਾਨ ਕਰਨ ਤੋਂ ਬਾਅਦ ਧਿਆਨ ਦੀ ਪ੍ਰਕਿਰਿਆ ਹੁੰਦੀ ਹੈ। ਬ੍ਰਹਮ ਮੁਹੂਰਤ ਦੀ ਧਿਆਨ ਦੀ ਪ੍ਰਕਿਰਿਆ ਸਿਰਫ ਕੁਝ ਕੁ ਦਿਨ ਹੁੰਦੀ ਹੈ, ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਜ਼ਰੂਰ ਵੇਖ ਲੈਣਾ। ਤੁਸੀਂ ਫਿਰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਅਸਫਲ ਨਹੀਂ ਹੋਵੋਗੇ। ਤੁਹਾਨੂੰ ਬ੍ਰਹਮ ਮੁਹੂਰਤ ਦਾ ਰਹੱਸ ਪਤਾ ਚੱਲ ਚੁੱਕਾ ਹੈ। ਹੁਣ ਇਸ ਜੀਵਨ ਨੂੰ ਤੁਸੀਂ ਸਫਲ ਬਣਾ ਲਓ। ਮਹਾਤਮਾ ਨੇ ਉਸ ਲੜਕੇ ਨੂੰ ਕਿਹਾ, ਤੁਹਾਨੂੰ ਜੀਵਨ ਦੇ ਲਕਸ਼ ਤੇ ਸਫਲਤਾ ਦੋਵੇਂ ਪ੍ਰਾਪਤ ਹੋ ਜਾਣਗੇ। ਉਸ ਨੌਜਵਾਨ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਅੰਮ੍ਰਿਤ ਵੇਲੇ ਦੇ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਤੇ ਜੀਵਨ ਭਰ ਅੰਮ੍ਰਿਤ ਵੇਲੇ ਉੱਠਣ ਦਾ ਵਾਅਦਾ ਵੀ ਕੀਤਾ। ਸੋ ਸਾਧ ਸੰਗਤ ਜੀ, ਜੇਕਰ ਅਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਜੀ ਦੇ ਨਾਲ ਸ਼ੁਕਰਾਨੇ ਦੀ ਸਾਂਝ ਪਾਵਾਂਗੇ ਤਾਂ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ। ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦੇ ਨਾਲ ਜੁੜੀਏ ਤਾਂ ਕਿ ਪਰਮਾਤਮਾ ਜੀ ਦੇ ਵੱਲੋਂ ਮਿਲੀਆਂ ਹੋਈਆਂ ਬਖਸ਼ਿਸ਼ਾਂ ਨੂੰ ਹਾਸਿਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।